ਗਏ ਅਲਟਰਾਸਾਊਂਡ ਕਰਾਉਣ ਨੂੰ ਕਿਹਾ। ਉਹਦੇ ਨੈਕ 'ਤੇ ਐਕਚੁਅਲੀ ਜਿਵੇਂ ਕਹਿੰਦੇ ਗੋਇਟਰ ਡਿਜ਼ੀਜ਼ ਹੁੰਦੀ ਹੈ, ਡੈਫੀਸ਼ੀਐਂਸੀ ਆਫ ਆਇਓਡੀਨ ਸਾਲਟ। ਤਾਂ ਉਸ ਤਰ੍ਹਾਂ ਉਹਦੇ ਨਾਲ ਗਲੇ 'ਤੇ ਮਤਲਬ ਨੈਕ 'ਤੇ ਬਹੁਤ ਹੀ ਸਵੈਲਿੰਗ ਟਾਈਪ ਸੀ। ਤਾਂ ਉਹ ਜੈ ਗੁਰੂ ਜੀ ਸੰਗਤ ਜੀ, ਮੈਂ ਗੁਰੂ ਜੀ ਦੀ ਬੇਟੀ ਪੰਜਾਬ ਤੋਂ ਮੰਤਰ ਜਾਪ ਕਰਦੀ ਹਾਂ। ਓਮ ਨਮः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, जय संगत जी। संगत जी, वैसे तो ਆਪਾਂ ਨੂੰ ਗੁਰੂ ਜੀ ਦੇ ਮੈਸੇजेस ਆਉਂਦੇ ਹੀ ਆ ਸਾਰਿਆਂ ਨੂੰ। ਤਾਂ ਬਹੁਤ ਇਸ ਵਾਰ ਮੈਂ ਗੁਰੂ ਜੀ ਤੋਂ ਮਾਫੀ ਮੰਗਦੀ ਹਾਂ ਪਹਿਲਾਂ ਤਾਂ ਕਿ ਸ਼ੁਕਰਾਨਾ ਸਤਸੰਗ ਸ਼ੇਅਰ ਕਰਨ ਦੇ ਲਈ ਬਹੁਤ ਲੇਟ ਹੋ ਗਈ। ਸੋ ਪਤਾ ਨਹੀਂ ਕੁਛ ਨੈਗੇਟਿਵਿਟੀ ਕਹਿ ਸਕਦੇ ਆ, ਨੈਗੇਟਿਵਿਟੀ ਵੀ ਹੈ, ਕੁਛ ਘਰ ਦੇ ਰੂਟੀਨ ਇੱਦਾਂ ਦੇ ਨੇ ਕਿ ਸਾਰਾ ਦਿਨ ਮਤਲਬ ਟਾਈਮ ਕੱਢੀਏ ਵੀ ਤਾਂ ਵੀ ਨਹੀਂ ਨਿਕਲਦਾ। ਸੋ ਵੈਸੇ ਤਾਂ ਆਪਾਂ ਸ਼ੁਕਰਾਨਾ ਕਰਦੇ ਹੀ ਹਾਂ, ਪਰ ਸ਼ੇਅਰ ਨਹੀਂ ਕਰ ਸਕੀ। ਸੋ ਇਸ ਲਈ ਮੈਂ ਬਹੁਤ ਬਹੁਤ ਮਾਫੀ ਮੰਗਦੀ ਹਾਂ ਗੁਰੂ ਜੀ ਤੋਂ। ਗੁਰੂ ਜੀ ਦਾ ਮੈਸੇਜ ਕਾਫੀ ਟਾਈਮ ਤੋਂ ਆ ਰਿਹਾ ਸੀ, ਔਰ ਵੈਸੇ ਵੀ ਜਦੋਂ ਵੀ ਆਪਾਂ ਕੋਈ ਸੈਡ ਮੋਡ ਦੇ ਵਿੱਚ ਹੋਈਏ, ਕਿਉਂਕਿ ਕਾਫੀ ਟਾਈਮ ਤੋਂ ਮੈਂ ਬਹੁਤ ਸੈਡ ਚੱਲ ਰਹੀ ਸੀ। ਪਤਾ ਨਹੀਂ ਕੁਛ ਨੈਗੇਟਿਵਿਟੀ ਹੁੰਦੀ ਹੈ ਕਿ ਆਪਾਂ ਕੰਮ ਕਰਦੇ ਕਰਦੇ ਵੀ ਅਚਾਨਕ ਮੂਡ ਸਵਿੰਗਸ ਆਪਾਂ ਕਹਿ ਸਕਦੇ ਹਾਂ ਕਿ ਅਚਾਨਕ ਅੱਖਾਂ 'ਚੋਂ ਪਾਣੀ ਆਉਣਾ ਸ਼ੁਰੂ ਹੋ ਜਾਣਾ। ਤਾਂ ਗੁਰੂ ਜੀ ਦਾ ਉਸੇ ਟਾਈਮ ਮੈਨੂੰ ਮੈਸੇਜ ਆਉਂਦਾ ਕਿ ਤੂੰ ਉਹਨਾਂ ਲੋਕਾਂ ਪਿੱਛੇ ਕਿਉਂ ਰੋਂਦੀ ਹੈ ਜੋ ਤੈਨੂੰ ਛੱਡ ਕੇ ਚਲੇ ਗਏ। ਉਹਨਾਂ ਨੂੰ ਮੈਂ ਹੀ ਤੇਰੀ ਲਾਈਫ ਤੋਂ ਦੂਰ ਕੀਤਾ ਕਿਉਂਕਿ ਉਹ ਤੇਰੇ ਕਾਬਿਲ ਹੈ ਹੀ ਨਹੀਂ ਸੀ। ਸੋ ਜੇ ਉਹ ਤੇਰੀ ਲਾਈਫ ਦੇ ਵਿੱਚ ਰਹਿੰਦੇ ਤਾਂ ਤੇਰੀ ਲਾਈਫ ਬਿਲਕੁਲ ਬਰਬਾਦ ਹੋ ਜਾਣੀ ਸੀ, ਔਰ ਜੋ ਤੂੰ ਕਰਨ ਲਈ ਤੈਨੂੰ ਇਸ ਧਰਤੀ 'ਤੇ ਭੇਜਿਆ ਉਹ ਤੂੰ ਆਪਣਾ ਮਕਸਦ ਨਹੀਂ ਸੀ ਪੂਰਾ ਕਰ ਸਕਦੀ। ਸੋ ਉਹ ਮੇਰੀ ਹੀ ਪਲੈਨਿੰਗ ਸੀ। ਸੋ ਉਸ ਲਈ ਤੂੰ ਦੁਖੀ ਨਾ ਹੋ, ਤੂੰ ਰੋਇਆ ਨਾ ਕਰ। ਜਦੋਂ ਤੂੰ ਰੋਂਦੀ ਹੈ ਤਾਂ ਮੇਰਾ ਦਿਲ ਦੁਖਦਾ ਹੈ। ਸੋ ਮਾਫ਼ ਕਰਨਾ ਗੁਰੂ ਜੀ, ਮੈਂ ਨਾ ਚਾਹੁੰਦੇ ਹੋਏ ਵੀ ਇਮੋਸ਼ਨਲ ਹੋ ਜਾਂਦੀ ਹਾਂ। ਸੋ ਇਹ ਤਾਂ ਮੈਂ ਗੁਰੂ ਜੀ ਤੁਹਾਨੂੰ ਬਾਰ ਬਾਰ ਤੁਹਾਨੂੰ ਹੀ ਅਰਦਾਸ ਕਰਦੀ ਹਾਂ ਕਿ ਤੁਸੀਂ ਮੇਰੇ ਦਿਲ ਨੂੰ ਅੱਜ ਤੱਕ ਮਜ਼ਬੂਤ ਬਣਾਇਆ, ਕਿਉਂਕਿ ਜੋ ਲੋਕੀ ਜਾਣੇ ਸੀ ਮੇਰੀ ਲਾਈਫ 'ਚੋਂ ਬਹੁਤ ਟਾਈਮ ਪਹਿਲਾਂ ਚਲੇ ਗਏ। ਅਤੇ ਮੇਰੀ ਲਾਈਫ 'ਚ ਤਾਂ ਹੁਣ ਦੂਰ ਤੱਕ ਕਿਤੇ ਉਹਨਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ। ਸੋ ਤੁਸੀਂ ਮੈਨੂੰ ਆਪਣਿਆਂ ਤੋਂ ਵੀ ਦੂਰ ਕੀਤਾ, ਸਾਰੇ ਤੋਂ ਦੂਰ ਕੀਤਾ। ਸੰਗਤ ਜੀ, ਮੈਨੂੰ ਜਿਵੇਂ ਆਪਾਂ ਨੂੰ ਮੈਸੇਜਿਸ ਆਉਂਦੇ ਨੇ ਸ਼ਿਵ ਜੀ ਮਹਾਰਾਜ ਜੀ ਦੇ, ਵੈਸੇ ਤਾਂ ਆਪਾਂ ਨੂੰ ਪਤਾ ਹੈ ਗੁਰੂ ਜੀ ਦੀ ਸੰਗਤ ਜਿਹੜੀ ਹੈਗੀ ਆਪਾਂ ਨੂੰ ਪਤਾ ਹੈ ਕਿ ਗੁਰੂ ਜੀ ਹੀ ਇਨਸਾਨੀ ਰੂਪ ਦੇ ਵਿੱਚ ਮਹਾਸ਼ਿਵ, ਰੀਅਲ ਦੇ ਵਿੱਚ ਮਹਾਸ਼ਿਵ ਸਨ ਨਹੀਂ ਕਹੂੰਗੀ, ਸੌਰੀ, ਮਹਾਸ਼ਿਵ ਨੇ। ਸੋ ਇੱਕ ਮੈਨੂੰ ਮੈਸੇਜਿਸ ਸ਼ਿਵ ਜੀ ਮਹਾਰਾਜ ਜੀ ਦਾ ਵੀ ਆਉਂਦਾ ਹੁੰਦਾ, ਉਹਦੇ ਵਿੱਚ ਵੀ ਉਹਨਾਂ ਨੇ ਇਹੀ ਲਿਖਿਆ ਕਿ ਜੋ ਸ਼ਿਵ ਭਗਤ ਹੁੰਦੇ ਨੇ। ਸੋ ਮੈਂ ਮਾਫੀ ਚਾਹਾਂਗੀ ਗੁਰੂ ਜੀ, ਮੈਂ ਬਹੁਤ ਨਿਮਾਣੀ ਜੀ ਇਨਸਾਨ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਸ਼ਿਵ ਭਗਤ ਹਾਂ ਜਾਂ ਕੁਛ। ਸੋ ਬਸ ਇੱਕ ਸ਼ੁਰੂ ਤੋਂ ਇੱਕ ਤਮੰਨਾ ਸੀ, ਇੱਕ ਇਹ ਜਿਵੇਂ ਕਹਿੰਦੇ ਨੇ ਕਿ ਆਪਣੇ ਸਿਧਾਂਤ ਹੁੰਦੇ ਨੇ, ਕੁਛ ਰੂਲਸ ਬਣਾਏ ਹੁੰਦੇ ਨੇ। ਸੋ ਮੈਂ ਸ਼ੁਰੂ ਤੋਂ ਹੀ ਮਤਲਬ ਮੈਂ ਨਹੀਂ ਮੰਨਦੀ ਕਿ ਇੱਕ ਆਈਡੈਂਟਿਟੀ ਜ਼ਰੂਰ ਦਿੱਤੀ ਹੋਈ ਹੈ ਕਿ ਹਾਂ ਸਿੱਖ ਪਰਿਵਾਰ ਨਾਲ ਬਿਲੋਂਗ ਕਰਦੀ ਹਾਂ, ਲੇਕਿਨ ਮੈਂ ਸਭ ਨੂੰ ਮੰਨਦੀ ਹਾਂ। ਮੈਨੂੰ ਇਹ ਮੈਂ ਸ਼ੁਰੂ ਤੋਂ ਹੀ ਕਹਿੰਦੀ ਹਾਂ ਕਿ ਕੋਈ ਲਿਮੀਟੇਸ਼ਨ ਨਹੀਂ ਹੁੰਦੀ ਕਿ ਆਪਾਂ ਮੰਦਿਰ ਜਾਈਏ ਜਾਂ ਗੁਰਦੁਆਰਾ ਸਾਹਿਬ ਜਾਈਏ, ਜਾਂ ਆਪਾਂ ਫਰੀਡਮ ਹੈ, ਜਿੱਥੇ ਵੀ ਜਾਓ ਪਾਵਰ ਇੱਕੋ ਹੀ ਹੈ। ਮੇਰੇ ਮੂੰਹ ਦੇ ਵਿੱਚ ਸ਼ੁਰੂ ਤੋਂ ਹੀ ਇਹ ਸ਼ਬਦ ਹੁੰਦੇ ਸੀ, ਬਚਪਨ ਤੋਂ ਹੀ। ਸੋ ਮੈਨੂੰ ਗੁਰੂ ਜੀ ਮਿਲੇ ਤਾਂ ਉਹ ਵੀ ਜਦੋਂ ਮੈਂ ਬੜੇ ਮੰਦਿਰ ਬਾਰੇ ਵੀ ਸੁਣਦੀ ਸੀ ਕਿ ਉੱਥੇ ਗੁਰੂ ਨਾਨਕ ਦੇਵ ਜੀ ਦੀ ਵੀ ਸਰੂਪ ਹੈ, ਸ਼ਿਵ ਜੀ ਮਹਾਰਾਜ ਜੀ ਦਾ ਵੀ ਹੈ, ਗਣੇਸ਼ ਜੀ ਦਾ ਵੀ, ਸਾਰੇ ਸਰੂਪ ਹੈਗੇ ਹੈ। ਤਾਂ ਮੈਨੂੰ ਬਹੁਤ ਹੀ ਮੈਨੂੰ ਖੁਸ਼ੀ ਹੋਈ ਜਦੋਂ ਮੇਰੀ ਜਰਨੀ ਸ਼ੁਰੂ ਹੋਈ। ਤਾਂ ਮੈਂ ਸੰਗਤ ਜੀ ਬਹੁਤ ਛੋਟੀ ਸੀ ਜਦੋਂ, ਤਾਂ ਮੈਂ ਮੰਡੇ ਦੇ ਫਾਸਟ ਬਹੁਤ ਰੱਖੇ, ਔਰ ਮੈਂ ਸ਼ਿਵ ਮੰਦਿਰ ਜਾਂਦੀ ਰਹੀ। 17 ਜਿਵੇਂ ਆਪਾਂ ਕਹਿੰਦੇ 16 ਵਰਤ ਰੱਖਦੇ ਸੀ, ਅਤੇ 17ਵੀਂ 'ਤੇ ਅਧਾਪਨ ਹੁੰਦਾ ਸੀ, ਤਾਂ ਉਹ ਮੈਂ ਬਹੁਤ ਰੱਖੇ ਹੈ। ਤਾਂ ਮੈਂ
ਸ਼ਿਵ ਮੰਦਿਰ ਜਾਂਦੀ ਸੀ, ਉਸ ਤੋਂ ਬਾਅਦ ਮੈਂ ਜੋਬ ਦੇ ਵਿੱਚ ਆਈ, ਤਾਂ ਮੈਂ ਨਾਭੇ ਇੱਕ ਪ੍ਰੋਜੈਕਟ 'ਤੇ ਕੰਮ ਕੀਤਾ ਐਜ਼ ਅ ਰਿਸਰਚ ਸਾਇੰਟਿਸਟ। ਤਾਂ ਉੱਥੇ ਵੀ ਮੈਂ ਮਤਲਬ ਘਰ ਜਿੱਥੇ ਮੈਂ ਪੀਜੀ ਰਹਿੰਦੀ ਸੀ, ਤਾਂ ਉੱਥੇ ਘਰ ਦੇ ਨਜ਼ਦੀਕ ਹੀ ਬਹੁਤ ਬਿਲਕੁਲ ਵਾਕਿੰਗ ਡਿਸਟੈਂਸ ਸੀ, ਸ਼ਿਵ ਮੰਦਿਰ ਸੀ ਬਹੁਤ ਬੜਾ। ਗੁਰਦੁਆਰਾ ਸਾਹਿਬ ਮੈਨੂੰ ਦੂਰ ਪੈਂਦਾ ਸੀ, ਇਸ ਲਈ ਮੈਂ ਸ਼ਿਵ ਮੰਦਿਰ ਡੇਲੀ ਜਾਣਾ, ਡੇਲੀ ਮਤਲਬ ਮੈਂ ਬਿਨਾਂ ਕਿਸੇ ਗੈਪ ਤੋਂ ਡੇਲੀ ਜਾਣਾ। ਉੱਥੇ ਵੀ ਮੇਰੇ ਨਾਲ ਕੁਛ ਇੰਸੀਡੈਂਟਸ ਹੋਏ, ਉਹ ਮੈਂ ਸ਼ੇਅਰ ਤਾਂ ਨਹੀਂ ਕਰਾਂਗੀ। ਸਾਰੇ ਕਹਿੰਦੇ ਨੇ, ਗੁਰੂ ਜੀ ਵੀ ਕਹਿੰਦੇ ਹੁੰਦੇ ਕਿ ਜੋ ਵੀ ਤੁਹਾਨੂੰ ਬਲੈਸਿੰਗਸ ਮਿਲ, ਤਾਂ ਤੁਸੀਂ ਉਹ ਕਿਸੇ ਨੂੰ ਦੱਸਣੀਆਂ ਨਹੀਂ ਹੈ। ਸੋ ਮੇਰੇ ਨਾਲ ਬਹੁਤ ਹੀ ਪਿਆਰੇ ਇੰਸੀਡੈਂਟ ਹੋਏ ਸੀ। ਸੋ ਮੈਨੂੰ ਨਹੀਂ ਪਤਾ ਕਿ ਮੇਰੀ ਭਗਤੀ ਸੀ ਜਾਂ ਕੀ ਸੀ, ਬਟ ਮੈਂ ਸ਼ਿਵ ਮੰਦਿਰ ਪਹੁੰਚ ਜਾਂਦੀ ਰਹੀ ਹਾਂ, ਤਾਂ ਮੈਂ ਵਰਤ ਵੀ ਰੱਖਦੀ ਰਹੀ ਹਾਂ। ਸੋ ਮੈਨੂੰ ਮੈਸੇਜਸ ਵੀ ਆਉਂਦੇ ਹੈ, ਤਾਂ ਸ਼ਿਵ ਜੀ ਮਹਾਰਾਜ ਜੀ ਦਾ ਵੀ ਉਹੀ ਮੈਸੇਜ ਆਉਂਦਾ ਕਿ ਮੈਂ ਜਦੋਂ ਵੀ ਜੋ ਮੇਰਾ ਸੱਚਾ ਭਗਤ ਹੁੰਦਾ, ਮੈਂ ਉਹਨੂੰ ਬਹੁਤ ਤੋੜਦਾ। ਤੋੜਨਾ ਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਬਿਲਕੁਲ ਹੀ ਮਤਲਬ ਡਿਸਟਰੋਏ ਕਰਨਾ, ਤਾਂ ਉਹਨੂੰ ਸਿਰਫ ਤੋੜਨਾ ਮਤਲਬ ਉਹਨੂੰ ਮਜ਼ਬੂਤ ਬਣਾਉਣਾ ਹੈ, ਅਤੇ ਉਹਨੂੰ ਪਹਿਲਾਂ ਹੀ ਉਹਦੇ ਤੋਂ ਜਿਹੜੇ ਉਸਦੇ ਲਾਇਕ ਨਹੀਂ ਹੁੰਦੇ, ਜੋ ਉਹਦੀ ਲਾਈਫ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅੱਗੇ ਜਾ ਕੇ ਨੁਕਸਾਨ ਪਹੁੰਚਾਉਣ, ਤਾਂ ਮੈਂ ਉਹਨਾਂ ਨੂੰ ਪਹਿਲਾਂ ਹੀ ਉਸਦੀ ਲਾਈਫ ਵਿੱਚੋਂ ਕੱਢ ਦਿੰਦਾ। ਉਹ ਭਾਵੇਂ ਆਪਾਂ ਨੂੰ ਬੁਰਾ ਹੀ ਲੱਗੇ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ, ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਤੁਸੀਂ ਕਹਿੰਦੇ ਵੀ ਹੋ ਕਿ ਬਚਪਨ ਤੋਂ ਹੀ ਮੈਂ ਤੇਰੇ ਨਾਲ ਹਾਂ, ਤੈਨੂੰ ਨਹੀਂ ਪਤਾ ਮੈਂ ਤੈਨੂੰ ਕਿੰਨਾ ਕਿੰਨਾ ਮੁਸੀਬਤਾਂ 'ਚੋਂ ਬਾਹਰ ਕੱਢਿਆ। ਸੋ ਗੁਰੂ ਜੀ ਮੇਰੀ ਲਾਈਫ ਬਹੁਤ ਹੀ ਟ੍ਰੈਜਿਕ ਰਹੀ ਹੈ, ਕਿਉਂਕਿ ਪੇਰੈਂਟਸ ਨਾ ਹੋਣ ਕਾਰਨ ਬਚਪਨ ਤੋਂ ਹੀ ਬਹੁਤ ਹੀ ਛੋਟੀ ਸੀ ਜਦੋਂ ਪੇਰੈਂਟਸ ਦੀ ਡੈਥ ਹੋਈ। ਤਾਂ ਚਲੋ ਵਧੀਆ ਰਿਹਾ ਲਾਈਫ, ਜੋ ਵੀ ਸਟਰਗਲ ਆਏ, ਮੈਨੂੰ ਯਾਦ ਹੈ ਕਿ ਹਰ ਸਟਰਗਲ ਦੇ ਵਿੱਚੋਂ ਮਤਲਬ ਮੈਂ ਇੰਨੀ ਟੈਂਸ ਹੁੰਦੀ ਸੀ, ਤਾਂ ਬਟ ਫਿਰ ਵੀ ਮੈਨੂੰ ਉਹ ਰਸਤਾ ਮਿਲ ਜਾਂਦਾ ਸੀ। ਸੋ ਮੈਂ ਗੁਰੂ ਜੀ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ ਤੁਹਾਡਾ ਕਿ ਤੁਸੀਂ ਆਪਣੀ ਇਸ ਬੱਚੀ ਨੂੰ ਕਦੇ ਡੋਲਣ ਨਹੀਂ ਦਿੱਤਾ, ਔਰ ਅੱਗੇ ਵੀ ਉਮੀਦ ਕਰਦੀ ਹਾਂ ਕਿ ਤੁਸੀਂ ਕਦੇ ਨਹੀਂ ਡੋਲਣ ਦਿਓਗੇ। ਸੋ ਸੰਗਤ ਜੀ, ਇਸ ਵਾਰ ਮੇਰੇ ਨਾਲ ਬਹੁਤ ਹੀ ਪਿਆਰੇ ਮਤਲਬ ਗੁਰੂ ਜੀ ਨੇ ਸਤਸੰਗ ਕੀਤੇ। ਸੋ ਮੇਰਾ ਬੇਟਾ, ਮੈਂ ਉਸਦੀ ਸ਼ੁਰੂ ਤੋਂ ਹੀ ਮਤਲਬ ਹਰ ਸਤਸੰਗ ਦੇ ਵਿੱਚ ਮੈਂ ਸ਼ੇਅਰ ਕਰਦੀ ਹਾਂ ਕਿ ਮੇਰੇ ਬੇਟੇ ਨੂੰ ਥਾਇਰਾਇਡ ਦੀ ਪ੍ਰੋਬਲਮ ਹੋ ਗਈ, ਤਾਂ ਉਹਦੀ ਹਾਈਟ ਮਤਲਬ ਬਿਲਕੁਲ ਹੀ 5-6 ਸਾਲ ਦੇ ਬੱਚੇ ਦੀ ਤਰ੍ਹਾਂ ਹੀ ਹੈ। ਹੁਣ ਉਹ ਇਸ ਵਾਰ ਜਨਵਰੀ 'ਚ 11 ਈਅਰਸ ਦਾ ਹੋ ਗਿਆ। ਤਾਂ ਉਹ ਸੰਨੀ ਜੀ, ਮੈਂ ਜਿਵੇਂ ਆਪਾਂ ਅੱਜ ਕੱਲ੍ਹ ਐਲੋਪੈਥੀ ਦਾ ਹਾਲ ਦੇਖਦੇ ਹਾਂ, ਉਸ ਅਕੋਰਡਿੰਗ ਮੈਂ ਚੈੱਕ ਤਾਂ ਬਹੁਤ ਵਾਰ ਕਰਵਾਇਆ, ਲੇਕਿਨ ਮੈਂ ਉਹਦੀ ਮੈਡੀਸਨ ਸ਼ੁਰੂ ਨਹੀਂ ਸੀ ਕੀਤੀ। ਮੈਂ ਉਹਨੂੰ ਹੋਮਿਓਪੈਥਿਕ ਦਿੰਦੀ ਸੀ, ਜਾਂ ਉਹਨੂੰ ਫਿਰ ਮੈਂ ਦੇਸੀ ਜਿਵੇਂ ਆਪਾਂ ਚੀਜ਼ਾਂ ਹੈਗੀਆਂ ਉੱਦਾਂ ਦਿੰਦੀ ਸੀ। ਇਸ ਵਾਰ ਮੈਂ ਮਤਲਬ ਦੇਖਿਆ ਕਿ ਇਹਦੀ ਹਾਈਟ ਮਤਲਬ ਹੁੰਦਾ ਨਾ ਕਿ ਬੱਚਾ ਥੋੜ੍ਹਾ ਡੀਮੋਟੀਵੇਟ ਹੁੰਦਾ ਜਦੋਂ ਹਰ ਇੱਕ ਬੰਦਾ ਬੋਲਦਾ ਕਿ ਇਹ ਪ੍ਰੀ ਸਕੂਲ ਦੇ ਵਿੱਚ ਪੜ੍ਹਦਾ, ਤਾਂ ਮਤਲਬ ਉਹਨੂੰ ਦੱਸਦੇ ਹਾਂ ਤਾਂ ਉਹ ਬੱਚਾ ਹੁਣ ਸਮਝਦਾਰ ਹੈ। 11 ਈਅਰਸ ਦਾ ਕੰਪਲੀਟ ਕਰ ਲਈ ਉਹਨੇ ਜੈਨ ਦੇ ਵਿੱਚ। ਤਾਂ ਮੈਂ ਦੁਬਾਰਾ ਤੋਂ ਉਸੇ ਡਾਕਟਰ ਦੇ ਵਿੱਚ, ਪੀਡੀਆਟ੍ਰਿਕ ਡਾਕਟਰ ਹੈ ਇੱਥੇ ਬਹੁਤ ਵਧੀਆ, ਉੱਥੇ ਗਈ। ਤਾਂ ਉਹਨੇ ਮਤਲਬ ਜਦੋਂ ਪਿਛਲੇ ਸਾਲ ਵੀ ਮੈਂ ਗਈ ਸੀ, ਲੇਕਿਨ ਮੈਡੀਸਨ ਨਹੀਂ ਸੀ ਸ਼ੁਰੂ ਕੀਤੀ। ਇਸ ਵਾਰ ਗਈ ਤਾਂ ਉਹਨੇ ਦੇਖਦੇ ਹੀ ਕਿਹਾ ਕਿ ਪੀਜੀਆਈ ਰੈਫਰ ਕਰ ਦਿੱਤਾ ਉਹਨੇ। ਤਾਂ ਮੈਂ ਉਹਨੂੰ ਕੁਛ ਟੈਸਟ ਵੀ ਕਹੇ, ਅਲਟਰਾਸਾਊਂਡ ਕਰਾਉਣ ਨੂੰ ਕਿਹਾ। ਉਹਦੇ ਨੈਕ 'ਤੇ ਐਕਚੁਅਲੀ ਜਿਵੇਂ ਕਹਿੰਦੇ ਗੋਇਟਰ ਡਿਜ਼ੀਜ਼ ਹੁੰਦੀ ਹੈ, ਡੈਫੀਸ਼ੀਐਂਸੀ ਆਫ ਆਇਓਡੀਨ ਸਾਲਟ, ਤਾਂ ਉਸ ਤਰ੍ਹਾਂ ਉਹਦੇ ਨਾਲ ਗਲੇ 'ਤੇ ਮਤਲਬ ਨੈਕ 'ਤੇ ਬਹੁਤ ਹੀ ਸਵੈਲਿੰਗ ਟਾਈਪ ਸੀ। ਤਾਂ ਉਹ ਅਲਟਰਾਸਾਊਂਡ ਕਰਾਉਣ ਨੂੰ ਕਿਹਾ, ਔਰ ਡਾਕਟਰ ਨੇ ਉੱਥੇ ਰੈਫਰ ਕਰਤਾ ਪੀਜੀਆਈ। ਇੱਕ TPO ਥਾਇਰਾਇਡ ਤੋਂ ਨੈਕਸਟ ਲੈਵਲ ਦਾ ਟੈਸਟ ਹੈ। ਸੋ ਉਹ ਕਰਵਾਇਆ। ਸੋ ਮੈਂ ਜਦੋਂ ਅਲਟਰਾਸਾਊਂਡ ਕਰਾਉਣ ਗਈ, ਤਾਂ ਮੈਂ ਉੱਦਾਂ ਹੀ ਜਿੱਦਾਂ ਆਪਾਂ ਦੇਖਦੇ ਹਾਂ ਕਿ ਹਰ ਸਤਸੰਗ 'ਚ ਆਪਾਂ ਸੁਣਦੇ ਵੀ ਹਾਂ, ਮੇਰੇ ਪਰਸ ਦੇ ਵਿੱਚ ਗੁਰੂ ਜੀ ਦਾ ਸਰੂਪ ਹੁੰਦਾ ਹੀ ਹੈ। ਤਾਂ ਮੈਂ ਉਹ ਸਰੂਪ ਜਦੋਂ ਮੈਂ ਅਲਟਰਾਸਾਊਂਡ ਕਰਾਉਣ ਗਈ, ਤਾਂ ਮੈਂ ਉਹਦੇ ਸਿਰ ਦੇ ਕੋਲ ਖੜ੍ਹੀ, ਔਰ ਮੈਂ ਜਿੰਨੀ ਦੇਰ ਅਲਟਰਾਸਾਊਂਡ ਚੱਲਿਆ ਮੈਂ ਗੁਰੂ ਜੀ ਦਾ ਮੰਤਰ ਜਾਪ ਕਰਦੀ ਰਹੀ। ਔਰ ਮੈਂ ਇਹ ਕਰਦੀ ਰਹੀ ਕਿਉਂਕਿ ਮੇਰੇ ਹਸਬੈਂਡ ਬਹੁਤ ਡਾਂਟਦੇ ਸੀ ਕਿ ਪੀਜੀਆਈ ਰੈਫਰ ਕਰਤਾ, ਕੀ ਪ੍ਰੋਬਲਮ ਹੈ। ਪਰ ਥਾਇਰਾਇਡ ਤਾਂ ਸਾਨੂੰ ਕਨਫਰਮਡ ਹੀ ਸੀ ਵੀ ਇਸ ਤੋਂ ਉੱਪਰ ਕੀ ਚੀਜ਼ ਹੈ। ਸੋ ਮੈਂ ਮੰਤਰ ਜਾਪ ਕੀਤਾ। ਸੋ ਉਹ ਟੈਸਟ ਆਇਆ, TPO ਟੈਸਟ ਦੀ ਰਿਪੋਰਟ ਵੀ ਆਈ। ਤਾਂ ਮੈਂ 2 ਦਿਨਾਂ ਬਾਅਦ ਫਿਰ ਚੈੱਕ ਕਰਾਉਣ ਗਈ।
ਤਾਂ ਉੱਥੇ ਵੀ ਮੈਂ ਮਤਲਬ ਗੁਰੂ ਜੀ ਨੂੰ ਅਰਦਾਸ ਕੀਤੀ, ਜਿੰਨੀ ਦੇਰ ਬੈਠੀ ਡਾਕਟਰ ਨਹੀਂ ਸੀ ਆਇਆ ਤਾਂ ਅਰਦਾਸ ਕਰਦੀ ਰਹੀ ਕਿ ਮੈਂ ਨਾ ਕੁਛ ਹੋਏ। ਤੋ ਸੰਗਤ ਜੀ ਹੋਇਆ ਇੱਦਾਂ ਕਿ ਜਦੋਂ ਹੀ ਮੈਂ ਡਾਕਟਰ ਨੂੰ ਮਿਲੀ ਤਾਂ ਡਾਕਟਰ ਨੇ ਰਿਪੋਰਟ ਚੈੱਕ ਕੀਤੀ ਔਰ ਡਾਕਟਰ ਨੇ ਬੜੇ ਹੀ ਪੋਲਾਈਟ ਵੇ ਨਾਲ, ਜਿਹੜਾ ਕਿ ਉਸ ਦਿਨ ਉਹਨੇ ਇੰਨੇ ਗੁੱਸੇ ਦੇ ਵਿੱਚ ਉਹਨੂੰ ਕਿਹਾ ਸੀ ਕਿ ਤੁਸੀਂ ਲਾਸਟ ਈਅਰ ਮੈਡੀਸਨ ਨਹੀਂ ਸ਼ੁਰੂ ਕੀਤੀ ਤਾਂ ਹੁਣ ਇਹਨੂੰ PGI ਲੈ ਕੇ ਜਾਣਾ ਪਊ, ਮਤਲਬ ਬਹੁਤ ਹੀ ਰਿਊਡ ਵੇ 'ਚ ਉਹਨੇ ਕਿਹਾ ਸੀ। ਉਹੀ ਡਾਕਟਰ ਸੰਗਤ ਜੀ ਉਸ ਦਿਨ ਜਦੋਂ ਰਿਪੋਰਟ ਚੈੱਕ ਕੀਤੀ ਤਾਂ ਉਹਨੇ ਬਹੁਤ ਹੀ ਪੋਲਾਈਟ ਵੇ 'ਚ ਕਿਹਾ ਕਿ ਟੈਸਟ ਟ੍ਰੀਟਮੈਂਟ ਇਹਦੀ ਇੱਥੋਂ ਹੀ ਚੱਲੇਗੀ, ਕੋਈ ਗੱਲ ਨਹੀਂ, ਕੋਈ ਡਰਨ ਵਾਲੀ ਗੱਲ ਨਹੀਂ ਹੈ। ਅਲਟਰਾਸਾਊਂਡ ਵੀ ਠੀਕ ਹੈ, ਨੋਰਮਲ ਹੈ ਔਰ TPO ਜਿਹੜੀ ਉਹ ਰਿਪੋਰਟ ਕਰਵਾਈ ਸੀ ਉਹਦੇ ਵਿੱਚ ਵੀ ਚਲੋ ਥਾਇਰਾਇਡ ਦੀ ਥੋੜ੍ਹੀ ਜਿਹੀ ਹੈਗੀ ਪ੍ਰੋਬਲਮ, ਤਾਂ ਇੱਥੋਂ ਹੀ ਚੱਲੇਗੀ, ਕੁਛ ਟੈਸਟ PGI 'ਚ ਉਹਨੇ ਕਿਹਾ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾਕ, ਕਿਉਂਕਿ ਜਿਹੜੀ ਇੰਨੀ ਵੱਡੀ ਟੈਨਸ਼ਨ ਸੀ ਉਹ ਤੁਸੀਂ ਕਿੰਨੀ ਜਲਦੀ ਔਰ ਕਿੰਨੇ ਝਟਕੇ ਦੇ ਵਿੱਚ ਹੀ ਰਿਮੂਵ ਕਰਤੀ। ਸੋ ਉਹਦੇ ਲਈ ਬਹੁਤ ਬਹੁਤ ਸ਼ੁਕਰਾਨਾ ਮੇਰੇ ਗੁਰੂ ਪਾਕ। ਗੁਰੂ ਜੀ ਮੈਨੂੰ ਬਾਰ-ਬਾਰ ਮੈਸੇਜ ਵੀ ਦਿੰਦੇ ਸੀ ਕਿ ਮੈਂ ਤੈਨੂੰ ਸ਼ਿਵ ਰੂਪ ਦੇ ਵਿੱਚ ਦਰਸ਼ਨ ਦੇਵਾਂਗਾ, ਹੁਣ ਟਾਈਮ ਆ ਗਿਆ ਕਿ ਤੈਨੂੰ ਮੈਂ ਦਰਸ਼ਨ ਦੇਵਾਂ। ਸੋ ਮੈਨੂੰ ਨਹੀਂ ਪਤਾ ਗੁਰੂ ਜੀ ਕਿ ਜਦੋਂ ਮੇਰੇ ਡਰੀਮ ਦੇ ਵਿੱਚ ਹਾਂ, ਜਿੱਦਾਂ ਗੁਰੂ ਜੀ ਕਹਿੰਦੇ ਨੇ ਕਿ ਜੇ ਮੈਂ ਤੂੰ ਮੈਨੂੰ ਬਾਰ-ਬਾਰ ਦਰਸ਼ਨ ਤਾਂ ਮੰਗਦੀ ਹੈ, ਜੇ ਮੈਂ ਤੇਰੇ ਸਾਹਮਣੇ ਆ ਗਿਆ ਤਾਂ ਤੂੰ ਉਹ ਚੀਜ਼ ਬਰਦਾਸ਼ਤ ਨਹੀਂ ਕਰ ਸਕੇਂਗੀ। ਸੋ ਇਨਸਾਨ ਭਗਵਾਨ ਨੂੰ ਉਹਨਾਂ ਦੇ ਅਸਲੀ ਰੂਪ ਦੇ ਵਿੱਚ ਦੇਖ ਵੀ ਨਹੀਂ ਸਕਦਾ, ਕਿਉਂਕਿ ਬਹੁਤ ਹੀ ਨਾਚੀਜ਼ ਜਿਹੇ ਬੰਦੇ ਹੁੰਦੇ ਆ ਆਪਾਂ, ਆਪਣੇ ਕੀਤੇ ਹੋਏ ਗੁਨਾਹ ਇੰਨੇ, ਆਪਾਂ ਉਹ ਚੀਜ਼ ਨੂੰ ਬਰਦਾਸ਼ਤ ਹੀ ਨਹੀਂ ਕਰ ਪਾਉਂਦੇ। ਸੋ ਮੈਨੂੰ ਡਰੀਮ ਆਇਆ, ਡਰੀਮ ਦੇ ਵਿੱਚ ਮੈਨੂੰ ਇਨਸਾਨੀ ਰੂਪ ਦੇ ਵਿੱਚ ਦਰਸ਼ਨ ਹੋਏ ਸੰਗਤ ਜੀ, ਜਿੱਦਾਂ ਇੱਕ ਇਨਸਾਨ ਬਿਲਕੁਲ ਡਰੈਸਅਪ ਸਟਾਈਲ ਸ਼ਿਵ ਜੀ ਦੀ ਤਰ੍ਹਾਂ ਔਰ ਕੁਛ ਕੁ ਟਾਈਮ ਦੀ ਝਲਕ। ਸੋ ਮੈਨੂੰ ਨਹੀਂ ਪਤਾ ਕਿ ਹੁਣ ਉਹਨਾਂ ਨੇ ਇਨਸਾਨੀ ਰੂਪ ਦੇ ਵਿੱਚ ਦਰਸ਼ਨ ਦਿੱਤੇ ਤਾਂ ਕਿ ਮੈਨੂੰ ਥੋੜ੍ਹਾ ਰਿਅਲਾਈਜ਼ ਹੋ ਸਕੇ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾਕ। ਔਰ ਸੰਗਤ ਜੀ ਗੁਰੂ ਜੀ ਨੇ ਸਨੀਕ ਰੂਪ ਦੇ ਵਿੱਚ ਵੀ ਦਰਸ਼ਨ ਦਿੱਤੇ। ਉਹ ਦਰਸ਼ਨ ਸੰਗਤ ਜੀ ਇੱਦਾਂ ਹੋਇਆ ਕਿ ਪਹਿਲਾਂ ਵੀ ਮੈਂ ਸਤਸੰਗ ਸ਼ੇਅਰ ਕੀਤਾ, ਉਹ ਮੇਰੇ ਬੇਟੇ ਨੂੰ ਹੀ ਦਿਖਿਆ ਪਹਿਲਾਂ। ਇਹੀ ਚੀਜ਼ ਮੇਰੇ ਨਾਲ ਵੀ ਹੋਇਆ ਕਰਦੀ ਸੀ ਬਚਪਨ ਦੇ ਵਿੱਚ, ਬਹੁਤ ਛੋਟੀ ਸੀ ਜਦੋਂ ਮੈਨੂੰ ਵੀ ਘਰ ਦੇ ਵਿੱਚ ਬਹੁਤ ਸਨੇਕ, ਹੋਰ ਕਿਸੇ ਨੂੰ ਪਹਿਲਾਂ ਨਾ ਦਿਖਣਾ, ਮੈਨੂੰ ਹੀ ਦਿਖਣਾ। ਇਹ ਮੈਂ ਪਹਿਲਾਂ ਵੀ ਸਤਸੰਗ ਸ਼ੇਅਰ ਕੀਤਾ। ਇਸੇ ਤਰ੍ਹਾਂ ਹੀ ਮੇਰੇ ਬੇਟੇ ਨੂੰ ਇੱਕ ਦਿਨ ਵਾਸ਼ਰੂਮ ਦੇ ਵਿੱਚ ਉਹਨੂੰ ਇੱਦਾਂ ਕਿਹਾ ਕਿ ਉਹ ਆਇਆ, ਬਾਕੀ ਅਸੀਂ ਸਾਰੇ ਦੇਖ ਲਿਆ, ਸਾਨੂੰ ਕੁਛ ਨਜ਼ਰ ਨਹੀਂ ਆਇਆ। ਕੀ ਸੀ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ। ਉਹਨੇ ਦੱਸਿਆ ਕਿ ਮੰਮਾ ਐਸੇ ਐਸੇ ਕਰਕੇ ਥਾ। ਸੋ ਉਹ ਵੀ ਗੱਲ ਨਿਕਲੀ। ਤਾਂ ਸੰਗਤ ਜੀ ਹੁਣ ਫਿਰ ਇੱਦਾਂ ਹੀ ਹੋਇਆ, ਉਹ ਸੀੜੀਆਂ ਚੜ੍ਹਨ ਲੱਗਿਆ। ਜਦੋਂ ਸੀੜੀਆਂ ਉਹ ਚੜ੍ਹਿਆ ਉੱਪਰ ਤਾਂ ਬਿਲਕੁਲ ਟੌਪ 'ਤੇ ਪਹੁੰਚਣ ਵਾਲਾ ਸੀ, ਤਾਂ ਦੋ ਸੀੜੀਆਂ ਨੀਚੇ ਕਾਫੀ ਬੜਾ ਮਤਲਬ ਸਨੇਕ ਉੱਥੇ ਸੀ। ਕਿੱਥੋਂ ਆਇਆ ਉੱਥੇ ਸਨੇਕ ਕਿਸੇ ਨੂੰ ਨਹੀਂ ਪਤਾ, ਲੇਕਿਨ ਉਹ ਬੇਟੇ ਨੇ ਦੇਖਿਆ। ਸੋ ਮੈਂ ਸਮਝ ਗਈ ਕਿ ਕਿੱਦਾਂ ਹੈ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾਕ, ਬਹੁਤ ਬਹੁਤ ਸ਼ੁਕਰਾਨਾ। ਗੁਰੂ ਜੀ ਮੈਨੂੰ ਕਹਿੰਦੇ ਵੀ ਨੇ ਕਿ ਤੂੰ ਆਪਣੇ ਬੇਟੇ ਲਈ ਨਾ ਦੁਖੀ ਹੋਇਆ ਕਰ, ਕੋਈ ਗੱਲ ਨਹੀਂ, ਤੇਰੇ ਬੇਟੇ ਦੇ ਸਿਰ 'ਤੇ ਮੇਰਾ ਆਸ਼ੀਰਵਾਦ ਦਾ ਹੱਥ ਹੈ। ਉਸਨੂੰ ਮੈਂ ਬਲੈਸ ਕਰ ਦਿੱਤਾ, ਉਹਨੂੰ ਕੁਛ ਵੀ ਨਹੀਂ ਹੋਏਗਾ, ਉਹਦੀ ਹੈਲਥ ਠੀਕ ਹੋ ਜਾਏਗੀ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾਕ, ਆਪਣੀ ਇਸ ਬੱਚੀ ਨੂੰ ਹਰ ਟੈਨਸ਼ਨ ਤੋਂ ਦੂਰ ਰੱਖਣ ਦੇ ਲਈ। ਸੋ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ ਗੁਰੂ ਜੀ ਦਾ। ਇੱਕ ਗੁਰੂ ਜੀ ਬਾਰ ਬਾਰ ਕਹਿ ਰਹੇ ਨੇ ਕਿ ਐਕਚੁਅਲੀ ਸੰਗਤ ਜੀ ਮੇਰੇ 5-6 ਮਹੀਨੇ ਹੋ ਗਏ, 5-6 ਮਹੀਨੇ ਤੋਂ ਬੋਡੀ ਪੇਨ ਬਹੁਤ ਹੋ ਰਿਹਾ ਹੈ। ਬੋਡੀ ਪੇਨ ਇੱਦਾਂ ਕਿ ਕਦੀ ਬੈਕ ਪੇਨ ਹੋਣਾ ਸ਼ੁਰੂ ਹੋ ਜਾਂਦਾ ਹੈ, ਔਰ ਮੇਰੀ ਰਾਈਟ ਆਰਮ ਸ਼ੋਲਡਰ ਟੂ ਐਲਬੋ ਦੇ ਵਿੱਚ ਬਹੁਤ ਜ਼ਿਆਦਾ ਪੇਨ, ਔਰ ਮੈਨੂੰ ਨਹੀਂ ਪਤਾ ਕਿ ਇੰਟਰਨਲ ਕੀ ਪ੍ਰੋਬਲਮ ਹੋ ਰਹੀ ਹੈ। ਮੈਂ ਫਿਜ਼ੀਓਥੈਰੇਪਿਸਟ ਤੋਂ ਵੀ 4-5 ਵਾਰ ਟਰੀਟਮੈਂਟ ਲੈ ਚੁੱਕੀ ਹਾਂ, ਠੀਕ ਹੋ ਜਾਂਦਾ ਹੈ। ਸ਼ੋਲਡਰ ਠੀਕ ਕਰਵਾਉਣੀ ਆ ਤਾਂ
ਆਰਮ ਦੇ ਵਿੱਚ ਪੇਨ ਆ ਜਾਂਦੀ ਹੈ, ਆਰਮ ਠੀਕ ਕਰਵਾਉਂਦੀ ਹਾਂ ਤਾਂ ਉਹ ਐਲਬੋ ਦੇ ਵਿੱਚ ਆ ਜਾਂਦੀ ਹੈ। ਮੈਨੂੰ ਨਹੀਂ ਪਤਾ ਉਹ ਕੀ ਚੀਜ਼ ਹੈ, ਪਰ ਗੁਰੂ ਜੀ ਮੈਨੂੰ ਕਹਿੰਦੇ ਨੇ ਕਿ ਮੈਂ ਤੇਰਾ ਬਹੁਤ ਵੱਡਾ ਕਸ਼ਟ ਛੋਟੇ ਛੋਟੇ ਪੇਨਸ ਦੇ ਵਿੱਚ ਹੀ ਕੱਟ ਰਿਹਾ। ਸੋ ਮੈਂ ਇਨਸਾਨ ਹਾਂ, ਮੈਨੂੰ ਨਹੀਂ ਪਤਾ ਕਿ ਕਿਹੜੇ ਕਸ਼ਟ ਨੇ, ਔਰ ਗੁਰੂ ਜੀ ਕਹਿੰਦੇ ਵੀ ਨੇ ਕਿ ਇਹੀ ਬੁਰੀ ਨਜ਼ਰ ਔਰ ਬਲੈਕ ਮੈਜਿਕ ਦਾ ਅਸਰ ਹੈ। ਤੇਰੇ 'ਤੇ ਕਿਸੇ ਨੇ ਬਹੁਤ ਭਾਰੀ ਬਲੈਕ ਮੈਜਿਕ ਕੀਤਾ ਹੈ। ਸੋ ਮੈਨੂੰ ਨਹੀਂ ਪਤਾ ਗੁਰੂ ਜੀ, ਤੁਸੀਂ ਕਹਿੰਦੇ ਵੀ ਹੋ ਕਿ ਕੋਈ ਆਵੇ, ਕੋਈ ਗੈਸਟ ਆਵੇ ਕੋਈ ਚੀਜ਼ ਲੈ ਕੇ ਤਾਂ ਤੂੰ ਨਹੀਂ ਖਾਣੀ। ਸੋ ਮੈਂ ਮਾਫ਼ ਕਰਨਾ ਗੁਰੂ ਜੀ, ਜਦੋਂ ਮੈਨੂੰ ਯਾਦ ਆਉਂਦਾ ਹੈ ਤਾਂ ਮੈਂ ਉਹ ਚੀਜ਼ ਅਵੋਇਡ ਕਰਦੀ ਹਾਂ, ਬਟ ਫਿਰ ਵੀ ਗਲਤੀ ਕਿਤੇ ਨਾ ਕਿਤੇ ਹੋ ਜਾਂਦੀ ਹੈ। ਸੋ ਇਸ ਲਈ ਬਹੁਤ ਬਹੁਤ ਮਾफ़ੀ ਮੰਗਦੀ ਹਾਂ ਗੁਰੂ ਜੀ। ਸੋ ਹਜੇ ਤੱਕ ਮੇਰੇ ਆਰਮ ਦੇ ਵਿੱਚ, ਸ਼ੋਲਡਰ ਦੇ ਵਿੱਚ ਪੇਨ ਬਹੁਤ ਜ਼ਿਆਦਾ ਹੈ ਕਿ ਮੇਰੇ ਤੋਂ ਬਾਂਹ ਝੁਕ ਨਹੀਂ ਹੁੰਦੀ, ਔਰ ਕੰਮ ਮੈਂ ਕਰ ਲੈਂਦੀ ਹਾਂ, ਮਤਲਬ ਜਦੋਂ ਦਿਨ ਟਾਈਮ ਹੈ ਦਿਨ ਟਾਈਮ ਠੀਕ ਰਹਿੰਦੀ ਹੈ, ਰਾਤ ਟਾਈਮ ਬਿਲਕੁਲ ਵੀ ਉਠਾ ਨਹੀਂ ਪਾਉਂਦੀ ਮੈਂ ਆਪਣੀ ਆਰਮ ਨੂੰ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ, ਤੁਸੀਂ ਕਿਵੇਂ ਕਿਵੇਂ ਕਿਹੜੀ ਕਿਹੜੀ ਕਾਸਟ ਕੱਟ ਰਹੇ ਹੋ। ਸੋ ਗੁਰੂ ਜੀ ਹੁਣ ਕਹਿੰਦੇ ਵੀ ਨੇ ਕਿ ਤੇਰਾ ਬਹੁਤ ਵਧੀਆ ਟਾਈਮ ਆ ਗਿਆ। ਵੈਸੇ ਤਾਂ ਗੁਰੂ ਜੀ ਕਹਿੰਦੇ ਨੇ ਕਿ ਕੋਈ ਵੀ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਕਿਸੇ ਨੂੰ ਜ਼ਾਹਿਰ ਨਹੀਂ ਕਰਨਾ। ਸੋ ਕਿਹੜੇ ਵੱਡੇ ਕੰਮ ਹੋਣ ਵਾਲੇ ਨੇ ਉਹ ਤਾਂ ਗੁਰੂ ਜੀ ਨੂੰ ਹੀ ਪਤਾ ਹੈ। ਗੁਰੂ ਜੀ ਕਹਿੰਦੇ ਨੇ ਕਿ ਹੁਣ ਆਹ ਸਾਲ ਦੁਨੀਆ ਤੇਰਾ ਜਲਵਾ ਦੇਖੇਗੀ, ਤਾਂ ਦੁਨੀਆ ਤੈਨੂੰ ਦੇਖੇਗੀ, ਔਰ ਆਸ ਪਾਸ ਵਾਲੇ ਵੀ ਤੇਰੇ ਰਿਸ਼ਤੇਦਾਰ ਵੀ ਮਤਲਬ ਹੈਰਾਨ ਹੋਣਗੇ ਕਿ ਤੇਰੇ ਕੰਮ ਕਿੱਦਾਂ ਹੋ ਗਏ। ਮੈਂ ਤੈਨੂੰ ਅਰਸ਼ ਤੱਕ ਪਹੁੰਚਾਉਣਾ ਹੈ, ਫਰਸ਼ ਤੋਂ ਅਰਸ਼ ਤੱਕ ਤੈਨੂੰ ਪਹੁੰਚਾ ਦੇਣਾ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਗੁਰੂ ਪਾ ਕਹਿੰਦੇ ਨੇ ਕਿ ਤੇਰੇ ਗੌਰਮੈਂਟ ਜੋਬ ਵੀ ਲੱਗ ਜਾਣੀ ਹੈ। ਸੋ ਹੁਣ ਮੈਂ ਤਾਂ ਸਭ ਕੁਝ ਛੱਡ ਚੁੱਕੀ ਹਾਂ ਗੁਰੂ ਜੀ, ਜਿਹਨੂੰ ਤੁਹਾਨੂੰ ਪਸੰਦ ਹੋਵੇ ਤੁਸੀਂ ਉਹ ਕਰਨਾ। ਸੋ ਮੈਨੂੰ ਪ੍ਰਵਾਨ ਹੈ ਤੁਹਾਡਾ ਹਰ ਫੈਸਲਾ, ਜਿੱਦਾਂ ਵੀ ਤੁਸੀਂ ਕਹੋਗੇ, ਜਿੱਥੇ ਵੀ ਤੁਸੀਂ ਰੱਖੋਗੇ। ਸੋ ਮੈਂ ਡਾਵਾਡੋਲ ਹੋ ਜਾਂਦੀ ਹੈ ਕਦੀ ਕਦੀ। ਸੋ ਗੁਰੂ ਜੀ ਨੇ ਕੱਲ੍ਹ ਪਰਸੋਂ ਵੀ ਮੈਨੂੰ ਮੈਸੇਜ ਆਇਆ, ਮੈਂ ਸ਼ੁਕਰਾਨਾ ਕਰਦੇ ਕਰਦੇ ਹਰ ਰੋਜ਼ ਪਤਾ ਨਹੀਂ ਕੀ ਹੋ ਜਾਂਦਾ, ਕੁਛ ਨੈਗੇਟਿਵਿਟੀ ਕਾਰਨ ਕਿ ਮੈਂ ਨਹੀਂ ਕਰ ਪਾਉਂਦੀ ਸ਼ੇਅਰ। ਹਰ ਰੋਜ਼ ਸੋਚ ਲੈਂਦੀ ਹਾਂ, ਫਿਰ ਗੁਰੂ ਜੀ ਦਾ ਮੈਨੂੰ ਵੀਡੀਓ ਆਉਂਦੀ ਹੈ, ਮੇਰੇ ਕੋਲ ਵੀਡੀਓ ਆਉਂਦੀ ਹੈ, ਗੁਰੂ ਜੀ ਉਹਦੇ ਵਿੱਚ ਕਹਿੰਦੇ ਨੇ ਕਿ ਕੀ ਗੱਲ ਤੂੰ ਮੇਰੇ ਤੋਂ ਨਾਰਾਜ਼ ਹੈ, ਤੂੰ ਸ਼ੁਕਰਾਨਾ ਕਰਨਾ ਹੀ ਛੱਡ ਦਿੱਤਾ। ਸੋ ਨਹੀਂ ਗੁਰੂ ਜੀ, ਅਸੀਂ ਤੁਹਾਡੇ ਤੋਂ ਨਾਰਾਜ਼ ਕਿਵੇਂ ਹੋ ਸਕਦੇ ਹਾਂ। ਅਸੀਂ ਤੁਹਾਡੇ ਤੋਂ ਨਾਰਾਜ਼ ਹੋ ਗਏ ਤਾਂ ਸਾਡੀ ਦੁਨੀਆ ਹੀ ਨਾਰਾਜ਼ ਸਾਡੇ ਤੋਂ ਹੋ ਜਾਏਗੀ। ਸੋ ਮਾਫ਼ ਕਰਨਾ ਗੁਰੂ ਪਾ, ਸ਼ੁਕਰਾਨਾ ਲੇਟ ਕਰਨ ਦੇ ਲਈ। ਸੋ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਮੈਂ ਸ਼ੁਕਰਾਨਾ ਜਲਦੀ ਕਰ ਸਕਾਂ। ਮੈਂ ਉਸ ਦਿਨ ਵੀ ਬੇਟੇ ਦਾ ਜਦੋਂ ਰਿਪੋਰਟਸ ਦੇਖੀਆਂ ਤਾਂ ਉਹ ਬਹੁਤ ਵੱਡਾ ਚਮਤਕਾਰ ਸੀ ਕਿ ਸਾਨੂੰ ਅਚਾਨਕ ਹੀ ਮਤਲਬ ਉਹ ਹੋਇਆ। ਤਾਂ ਹੁਣ ਇਹ ਹੈ ਕਿ ਚਲੋ ਮੈਡੀਸਨ ਜਿਹੜੀ ਹੈਗੀ ਹੈ ਥਾਇਰੋਕਸਿਨ, ਕੋਈ ਇਲਾਜ ਤਾਂ ਹੈ ਨਹੀਂ ਥਾਇਰਾਇਡ ਦਾ। ਥਾਇਰੋਕਸਿਨ ਤਾਂ ਇੱਕ ਹਾਰਮੋਨ ਹੈ ਜਿਹੜਾ ਕਿ ਉਹਨੂੰ ਬਸ ਆਪਾਂ ਟੈਂਪਰੇਰੀ ਦੇ ਰਹੇ ਹਾਂ। ਸੋ ਗੁਰੂ ਜੀ ਹੁਣ ਆਪ ਹੀ ਕੁਛ ਕਰਨਗੇ ਕਿ ਉਹਨੂੰ ਥਾਇਰਾਇਡ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਜੜ ਤੋਂ ਹੀ ਖ਼ਤਮ ਕਰ ਦੇਣ। ਸੋ ਇਹ ਤਾਂ ਹੁਣ ਗੁਰੂ ਜੀ ਨੇ ਦੇਖਣਾ, ਮੈਂ ਤਾਂ ਅਰਦਾਸ ਹੀ ਕਰ ਸਕਦੀ ਹਾਂ ਗੁਰੂ ਜੀ ਅੱਗੇ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਇੱਕ ਗੁਰੂ ਜੀ ਦਾ ਮੈਨੂੰ ਬਾਰ-ਬਾਰ ਮੈਸੇਜ ਆ ਰਿਹਾ ਸੀ ਕਿ ਹੁਣ ਤੇਰੇ ਘਰ ਪੈਸੇ ਦੀ ਬਰਸਾਤ ਹੋਣ ਵਾਲੀ ਹੈ। ਸੋ ਗੁਰੂ ਜੀ ਸੰਗਤ ਜੀ, ਮੈਂ ਪਿਛਲੀ ਸਤਸੰਗ ਦੇ ਵਿੱਚ ਵੀ ਸ਼ੇਅਰ ਕੀਤਾ ਸੀ ਕਿ ਪੈਸੇ ਦੀ ਬਰਸਾਤ ਤਾਂ ਜਿਵੇਂ ਪੈਸਾ ਆਉਣਾ ਸ਼ੁਰੂ ਹੋਇਆ ਕਿ ਪ੍ਰੋਪਰਟੀ ਤੋਂ ਸਾਨੂੰ ਕੋਈ ਵੀ ਇਨਕਮ ਨਹੀਂ ਸੀ, ਉਹ ਗੁਰੂ ਜੀ ਨੇ ਇਸ ਵਾਰ। ਸੋ ਇੱਕ ਸਤਸੰਗ ਮੇਲਾ ਹੋਰ ਹੋਇਆ ਸੰਗਤ ਜੀ, ਜਿੱਦਾਂ ਆਪਾਂ ਇਨਸਾਨ ਵਾਰ ਹਰ ਚੀਜ਼ ਐਕਚੁਅਲੀ ਆਪਾਂ ਪ੍ਰੈਜ਼ੈਂਟ 'ਚ ਜੀਂਦੇ ਹੀ ਨਹੀਂ ਹਾਂ, ਆਪਾਂ ਜੀਂਦੇ ਹਾਂ ਫਿਊਚਰ ਜਾਂ ਫਿਰ ਪਾਸਟ ਦੇ ਵਿੱਚ। ਸੋ ਆਪਾਂ ਨੂੰ ਸ਼ਬਦ ਗੁਰਬਾਣੀ ਦੇ ਵਿੱਚ ਵੀ ਇਹ ਆਨਸਰ ਮਿਲਦੇ ਨੇ ਕਿ ਆਪਾਂ ਜਦੋਂ ਗੁਰੂ ਦੇ ਲੜ ਲੱਗੇ ਹੁੰਦੇ ਹਾਂ ਤਾਂ ਆਪਣੇ ਕੰਮ
ਲੇਟ ਕਿਉਂ ਹੁੰਦੇ ਨੇ, ਉਹ ਸਿਰਫ ਇਸੇ ਕਰਕੇ ਕਿ ਆਪਾਂ ਨੂੰ ਪੂਰਨ ਵਿਸ਼ਵਾਸ ਨਹੀਂ ਹੁੰਦਾ। ਆਪਾਂ 100 ਗੁਰੂ ਜੀ ਤੇ ਡੋਰੀ ਨਹੀਂ ਛੱਡਦੇ, ਉਸ ਪਰਮਾਤਮਾ ਤੇ ਵਿਸ਼ਵਾਸ ਆਪਾਂ ਕਰਦੇ ਹੀ ਨਹੀਂ ਹੈ, ਕਰ ਹੀ ਨਹੀਂ ਸਕਦੇ। ਸੋ ਜੋ ਕਰਦੇ ਨੇ ਉਹਨਾਂ ਦੇ ਕੰਮ ਝਟਪਟ ਹੋ ਜਾਂਦੇ ਨੇ। ਆਪਣੇ ਕੰਮ ਲੇਟ ਕਿਉਂ ਹੁੰਦੇ ਨੇ, ਸਿਰਫ ਕਾਰਨ ਇਹੀ ਹੈ। ਸੋ ਮੈਂ ਵੀ ਇਹ ਗਲਤੀਆਂ ਕੀਤੀਆਂ, ਹਰ ਇੱਕ ਇਨਸਾਨ ਕਰਦਾ ਹੈ। ਸੋ ਇਸ ਲਈ ਗੁਰੂ ਜੀ ਦਾ ਮੇਰੇ ਕੋਲ ਮੈਸੇਜ ਆਇਆ। ਗੁਰੂ ਜੀ ਕਹਿੰਦੇ ਕਿ ਜਾਂ ਤਾਂ ਤੂੰ ਮੇਰੇ ਤੇ ਵਿਸ਼ਵਾਸ, ਜਾਂ ਤਾਂ ਤੂੰ ਚਿੰਤਾ ਛੱਡ ਦੇ, ਜਾਂ ਫਿਰ ਤੂੰ ਮੈਨੂੰ ਛੱਡ ਦੇ। ਸੋ ਗੁਰੂ ਜੀ ਬਹੁਤ ਬਹੁਤ ਮਾਫੀ ਮੰਗਦੀ ਹਾਂ, ਤੁਹਾਨੂੰ ਅਸੀਂ ਛੱਡ ਨਹੀਂ ਸਕਦੇ। ਸਾਡੀ ਹੱਥ ਤੁਸੀਂ ਫੜਿਆ, ਤੁਸੀਂ ਇਹੀ ਦੁਆ ਕਰਾਂਗੇ ਕਿ ਤੁਸੀਂ ਸਾਡਾ ਹੱਥ ਕਦੇ ਨਾ ਛੱਡੋ। ਸੋ ਮੈਂ ਬਹੁਤ ਬਹੁਤ ਮਾਫੀ ਮੰਗਦੀ ਹਾਂ ਗੁਰੂ ਜੀ ਤੋਂ, ਅਤੇ ਬਹੁਤ ਸ਼ੁਕਰਾਨਾ ਵੀ ਕਰਦੀ ਹਾਂ ਕਿ ਗੁਰੂ ਜੀ ਨੇ ਬਾਰ-ਬਾਰ ਸਾਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ 101% ਮੇਰੇ 'ਤੇ ਵਿਸ਼ਵਾਸ ਕਰੋ। ਗੁਰੂ ਜੀ ਬਾਰ-ਬਾਰ ਮੈਸੇਜ ਵੀ ਦਿੰਦੇ ਨੇ ਕਿ ਤੂੰ ਆਪਣੇ ਪਿਤਾ 'ਤੇ ਵਿਸ਼ਵਾਸ ਰੱਖ, ਡਗਮਗਾਇਆ ਨਾ ਕਰ, ਹਰ ਕੰਮ ਹੋਏਗਾ ਤੇਰਾ, ਪਰ ਟਾਈਮ ਆਉਣ 'ਤੇ। ਸੋ ਉਸ ਟਾਈਮ ਨੂੰ ਆਉਣ ਦੇ, ਥੋੜ੍ਹਾ ਜਿਹਾ ਸਬਰ ਹੋਰ ਕਰ ਲਾ, ਜਿੱਥੇ ਤੂੰ ਇੰਨਾ ਸਬਰ ਕੀਤਾ, ਇੰਨਾ ਤੂੰ ਰੋਈ ਆ, ਇੰਨਾ ਤੂੰ ਬਰਦਾਸ਼ਤ ਕੀਤਾ, ਸੋ ਥੋੜ੍ਹਾ ਜਿਹਾ ਹੋਰ ਸਬਰ ਕਰ। ਸੋ ਇਹ ਸਬਰ ਬਖਸ਼ਣ ਵਾਲੇ ਗੁਰੂ ਜੀ ਤੁਸੀਂ ਹੀ ਹੋ। ਬਚਪਨ ਤੋਂ ਸਬਰ ਹੀ ਕੀਤਾ, ਤੁਸੀਂ ਹੀ ਕਰਵਾਇਆ। ਸੋ ਬਹੁਤ ਬਹੁਤ ਸ਼ੁਕਰਾਨਾ ਮੇਰੇ ਗੁਰੂ ਪਾਕ। ਇੰਨੇ ਨਾਲ ਮੈਂ ਆਪਣਾ ਸਤਸੰਗ ਇੱਥੇ ਵਿਰਾਮ ਕਰਨ ਲੱਗੀ ਹਾਂ। ਐਕਸਪੀਰੀਐਂਸਿਸ ਅੱਗੇ ਫਿਰ ਸ਼ੇਅਰ ਕਰਾਂਗੀ। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, जय संगत जी। जय गुरु जी, संगत जी। अब अगला सत्संग जो हम आपके साथ शेयर करने जा रहे हैं, ये गुरु जी की ब्लेस्ड संगत द्वारा शेयर किया गया है। तो आइए हम इसको उन्हीं की आवाज में सुनते हैं। जय गुरु जी, शुक्राना। ओम नमः शिवाय, शिवजी सदा सहाय। ओम नमः शिवाय, गुरुजी सदा सहाय। ओम नमः शिवाय, शिवजी सदा सहाय। ओम नमः शिवाय, गुरुजी सदा सहाय। जय गुरुजी, शुक्राना गुरुजी, मेरे प्यारे गुरुपा, अनंतम 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 शुक्राना मेरे मालिक। संगत जी, गुरुपा से गुरुपा की बेटी का जो रिश्ता है वो जन्म जन्मांतर का है, और मेरे गुरुपा ने मुझे इतना दिया है जो मैं सोच भी नहीं सकती हूँ। अनंतम शुक्राना मेरे गुरुपा। संगत जी, गुरुपा जो बुलवाएंगे वही बोलूँगी, और हो सकता है आप में से भी किसी के मन में चल रहे सवालों के जवाब भी हों, तो सत्संग को ज़रूर ध्यान से सुनिएगा और शुक्राना ज़रूर करिए। संगत जी, शुक्राने में बहुत 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 ताकत है। अनंतम शुक्राना। संगत जी, सबसे पहले तो सत्संग ये है कि काफ़ी समय से सत्संग, काफ़ी महीनों से मैं सत्संग गुरुपा की बेटी नहीं शेयर करती थी, और गुरुपा ने इतनी बड़ी दात बख्शी है, वो भी संध्या वेले की दात बख्शी है शुक्राना करने की। कल नहीं, परसों गुरुपा की बेटी बुधवार को शुक्राना सत्संग शेयर किया था 28 तारीख को, और आज फिर गुरुपा ने मुझे शाम का संध्या वेले का शुक्राना सत्संग शेयर करने की दात बख्शी है। आज शुक्रवार है तो शुक्राना करना तो बनता ही है। आज गुरुपा की बेटियों का, माता रानियों का दिन है, गुरुपा का दिन है, तो अनंतम शुक्राना गुरुपा इतनी बड़ी दात बख्शने के लिए। और शाम के समय 7:50 हो रहे हैं। अनंतम शुक्राना संध्या वेले का शुक्राना सत्संग शेयर करने की दात देने के लिए। अनंतम 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 शुक्राना मेरे मालिक। संगत जी, दूसरा सत्संग ये है कि सच में संगत जी, काफ़ी दिन से मन इतना बेचैन, इतना अजीब सा हो रहा था। कहते हैं ना कि हमारा विश्वास पूरा रहता है हमारे गुरुपा पे, लेकिन जब बहुत सारी ऐसी मुश्किल या परिस्थितियाँ आती हैं तो हम बहुत मन में बेचैनी होने लगती है, चीज़ें होने लगती हैं। हमें पता होता है कि गुरुपा हैं, वो सब कर रहे हैं, हम गुरुपा से बात भी करते हैं, हम बहुत अपने आप को पॉजिटिव रखते हैं, लेकिन कहीं ना कहीं हमें मनुष्य हैं तो हम विचलित होने लगते हैं, परेशान होने लगते हैं। लेकिन संगत जी, और गुरुपा ने मुझे परसों शुक्राना सत्संग शेयर करने की दात बख्शी थी। और संगत जी, आप मानोगे नहीं, कल भी मेरा जो बिज़नेस है, मतलब मेरी जो जॉब मेरे गुरुपा ने खुद ब्लेस करी है, सेल्स की है, उसमें मेरा कल भी गुरुपा ने एक काम करवाया, मेरा बिज़नेस करवाया, मेरी सेल्स करवाई। और साथ ही साथ संगत जी, कल गुरुपा ने मुझे एक बहुत अच्छा सत्संग सुनवाया, मतलब मन कहते ना कि शांत हो गया। और उन आंटी ने इतने अच्छे से सत्संग सुनाया और बताया कि कल बहुत बड़ी खुशी है, वो टल सकती है अगर तूने ये काम नहीं किए। साथ ही साथ उसमें बस कुछ नहीं करना था, सिर्फ अपने मन को अच्छा करना था और गुरुपा से शुक्राना करना था। और शनिवार तक के लिए ये सत्संग था कि शनिवार तक ऐसा करो और सारी परेशानियां टल जाएंगी, सब बहुत अच्छा है, सिर्फ गुरुपा को हर चीज़ सौंप दो और गुरुपा से ही बोलो। तो संगत जी, कल गुरुपा से ही अरदास करी कि गुरुपा आप मतलब ध्यान में रखवाइएगा कि सब मैं आपकी बेटी कर सके, भूले ना, और सत्संग का जो भी एक महत्व है उसको समझूं और उसको पालन करूं। संगत जी, सच में
वो जो कल के सत्संग की ब्लेसिंग्स थी वो आज फिर मुझे मेरे गुरुपा ने दी है। जो विश्वास नहीं था कि आज फिर मेरी एक अच्छा सेल्स होगी, एक अच्छी डील होगी, बिल्कुल यकीन नहीं था संगत जी कि कुछ होगा। मंथ एंड है, आप भी देख रहे हो 30 तारीख है, और सेल्स की जॉब में कितना प्रेशर होता है, कितनी सारी चीज़ें होती हैं। तो संगत जी गुरुपा है तो सब पॉसिबल है। इसलिए कभी मत सोचिए कि आपका समय अब नहीं है, अब सब खत्म, अब बेकार है, अब कोई मतलब चांसेस नहीं है, कहीं से कोई होप नहीं है। कहते हैं ना, लास्ट होप जो होती है वो हमारे सिर्फ गुरुपा है, और फर्स्ट होप भी हमारे गुरुपा हैं। तो देखिए, आप खुद सोचिए, मेरा गुरुपा ने सिर्फ शुक्राना सत्संग, मुझे सत्संग सुनवा के मेरे कष्ट कटवाए, मुझसे शुक्राना करवा के मेरे कष्ट कटवाए, मुझे हिम्मत दी, मुझे ब्लेसिंग्स दी। और सच में संगत जी, आज मेरा कल भी मेरा गुरुपा ने सेल्स करवाई अच्छी, और आज भी करवाई, जिससे मेरे महीने का जो टारगेट है वो भी पूरा हो गया। अनंतम शुक्राना मेरे मालिक। संगत जी, कहते हैं ना, बहुत प्रॉब्लम्स आती हैं लाइफ में, ऐसी ऐसी प्रॉब्लम्स आएंगी तो लगता है कि बस अब सब कुछ ख़त्म है। लेकिन संगत जी, जब मन में ये आ जाए तो समझ लीजिए गुरुपा ने आपका हाथ पकड़ लिया है और आपको एहसास दिलाएंगे कि पुत्र अब ख़त्म नहीं, अब तो तेरी ज़िंदगी की नई शुरुआत है और ऊंचाइयों को छूने की शुरुआत है, और अब तो सिर्फ ऐश ही ऐश है। संगत जी, विश्वास करिए, कभी हिम्मत मत हारिए। जो कहना है, जो बोलना है, सिर्फ गुरुपा से कहिए, बोलिए, उनके आगे रोइए, उनके आगे अपनी सारी बात रखिए। किसी से कहने की कोई ज़रूरत नहीं है, कि जो करेंगे हमारे गुरुपा करेंगे। संगत जी, गुरुपा बिन कहे सारी बात पूरी करते हैं, मन की सारी इच्छा पूरी करते हैं। बस वो सही समय का इंतज़ार करवाते हैं हमें, और सही समय पे हमें सही चीज़ बेहतर से बेहतरीन कर कर ब्लेस करते हैं। संगत जी, सच में मेरे गुरुपा कहते हैं कि तूने बहुत सब्र किया है पुत्र, अब तुझे सिर्फ अच्छा ही अच्छा तेरे साथ होगा, तू चिंता ना कर, तेरा प्यो तेरे नाल है। और सच में संगत जी, मेरे गुरुपा ने मुझे इतना अच्छा अच्छा सब कुछ ब्लेस किया है, वो खुशियाँ दी हैं मेरे गुरुपा ने जो सोच भी नहीं सकती थी। और लाइफ में उतार चढ़ाव लगे रहते हैं संगत जी, आज अच्छा है, कल शायद थोड़ा सा नहीं लगेगा, फिर बहुत अच्छा होगा। तो हमें बस विश्वास रखना है, उन पर अपना विश्वास बनाए रखिए। उनसे बस यही बोलना है गुरुपा से कि हम ऐसे कर्म करें जिसमें आपकी मर्ज़ी हो, आपकी रज़ा हो, आपकी खुशी हो, हम आपको खुश रख सकें। दुनिया तो कभी खुश नहीं हो सकती है, कभी हम खुद से खुश नहीं होते हैं। अच्छे कर्म करके, बुरे कर्म करके, कैसे भी कर्म करके हम नहीं होते हैं, लेकिन हमें ऐसे कर्म करने हैं जो इससे हमारे गुरुपा खुश हों, जो उनकी नज़रों में सही हो। तो हमेशा गुरुपा से गुरुपा को मांगिए, अरदास करिए कि हमें अपनी सेवा में रखिए, और हमारा दिन सेवा से शुरू हो और सेवा में ही ख़त्म हो, और हम अच्छे कर्म करें, आपके वचनों का पालन करें, अच्छी वाणी बोलें, अच्छी सोच रखें। गुरुपा अनंतम अनंतम शुक्राना अपनी बेटी को अपनाने के लिए, अपनी बेटी को सब कुछ देने के लिए। आप सब जानते हैं गुरुपा, सच में बिन बोले आप सब कुछ जानदा। तो गुरुपा अनंतम शुक्राना, कभी अपने बच्चों का साथ मत छोड़िएगा, हमेशा हमारे अंग संग रहिएगा गुरुपा। कभी भी हम गलत राह पे ना चले, जो भी गलत राह, गलत मोड़ हो, उस मोड़ से मोड़ लीजिएगा, उस राह से हटाकर हमें सही के रास्ते पे चलाइएगा, सही मोड़ पर मुड़वाइएगा, और हर पल हमारा हाथ पकड़े रहिएगा, क्योंकि आप हमारे पिता हैं, और पिता से बेहतर अपने बच्चों के लिए कोई भी कुछ नहीं जानता है। संगत जी, गुरुपा हैं तो सब कुछ मुमकिन है, नामुमकिन भी कैसे हंसी खुशी मुमकिन हो जाएगा, बेहतर से बेहतरीन होगा, आपको पता भी नहीं चलेगा। मेरी लाइफ में तो मेरे गुरुपा हैं, और ये लाइफ ही गुरुपा की दी हुई है, और ये पूरी लाइफ गुरुपा को समर्पित है। बस गुरुपा जैसा आप चाहें बस वही करूं, आपको कभी निराश ना करूं। और संगत जी, गुरुपा से हमेशा कहिए गुरुपा कि हम अच्छे कर्म करें, और हमेशा ऐसी सोच रखें कि हम सिर्फ दूसरों के लिए भला सोचें, कभी किसी के लिए कंपैरिजन वाली भावना ना रखें, कितना किसी से चिढ़े ना जलें, और हमेशा सबकी खुशी में खुश रहें। कोई दुखी है तो उसके दुख को कम करने की कोशिश कर सकें, और जितने ज़्यादा से ज़्यादा गुरुपा आपकी संगत बना सके, ये सेवा दीजिए। वैसे संगत तो आप ही जोड़ते हैं, बस एक हमारे एक कर्म, आप एक सेवा देते हैं तो वो सेवा देते रहिएगा कि हम किसी ना किसी से आपको रूबरू करा सकें। और कल जिन आंटी से आपके लिए एक रूबरू करवाने की जो आपने सेवा दी है, तो बस उनको अपना लीजिए, उनका हाथ पकड़ लीजिए, वो बहुत तकलीफ़ में है, तो बस आपको ही उन पर मेहर करनी है। शुक्राना मेरे मालिक, मेरे गुरुपा, सब पर मेहर करिए। हर घर से कलेश, नेगेटिविटी, फाइनेंशियल प्रॉब्लम, बीमारियों को दूर कर दीजिए। हर रिश्ते में प्यार हो, हर घर में प्यार हो, हर घर में सब कुछ खुशियाँ हो, हर घर से सारी दिक्कत परेशानी को दूर करिए। सब ये आपका घर है, ये आपका परिवार, हम आपके बच्चे, हम आपकी छत्र छाया में मेरे मालिक। बस जो विश्वास आपने दिया है वो विश्वास हम तोड़े नहीं, और हम कभी विश्वास से डगमगाए नहीं। हमेशा सिर्फ हमारा जो भी हो सब आपसे ही हो। मेरी आपकी बेटी की रात के अंधेरे की नहीं, सुबह की सवेरे का जागना, सब कुछ आपसे था, है, रहेगा। अनंतम 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 शुक्राना मेरे मालिक, शुक्राना गुरुपा, अनंतम शुक्राना। संगत जी, गुरुपा की बेटी गुरुपा की आज्ञा से सत्संग को यहीं विराम देती है और दूसरे सत्संग की तैयारी करती है।
ओम नमः शिवाय शिवजी सदा सहाय। ओम नमः शिवाय गुरुजी सदा सहाय। ओम नमः शिवाय शिवजी सदा सहाय। ओम नमः शिवाय गुरुजी सदा सहाय। जय गुरुजी, शुक्राना गुरुजी, अनंतम अनंतम शुक्राना मेरे मालिक, मेरे प्यारे प्यारे गुरुपा, मेरे सोने गुरुपा, लव यू गुरुपा। बहुत बहुत शुक्राना संगत जी सत्संग को सुनने के लिए। आप सबसे रिक्वेस्ट है, चैनल पे नए हैं तो चैनल को सब्सक्राइब कर लें, और अगर आप भी अपना सत्संग शेयर करना चाहते हैं तो आप हमारे व्हाट्सएप नंबर 8755410703 पर अपना सत्संग रिकॉर्ड करके भेज सकते हैं। ईमेल एड्रेस डिटेल्स नीचे डिस्क्रिप्शन बॉक्स में मेंशन है। ध्यान रखें, सत्संग जब भी भेजें शांत वातावरण में बैठकर उसको रिकॉर्ड करें और आपकी आवाज़ में क्लैरिटी हो। जय गुरु जी, शुक्राना गुरु जी।